ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਿਨ ਰਾਤ ਵੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੀ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋ ਭਾਇ। चिंता लाही हमारी। परम सत्कारयोग सतगुरां दी साजी नींह बाजी, गुरु प्यारी गुरु सवारी, गुरु दा खास रूप सत्संग जीओ। आप सरबत सिख संगत दा बहुत बहुत धन्यवाद किया जाता है जी। ਇਹ ਆਇਆਂ ਨੂੰ ਆਖਿਆ ਜਾਂਦਾ ਹੈ। ਆਓ ਰਲ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਬਾਣੀ ਵਿਚਾਰ ਕਰੀਏ। ਅੱਜ ਦੇ ਵਚਨਾਂ ਦੀ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾਂ। ਮਨ ਧਰ ਤਰਬੇ ਹਰ ਨਾਮ ਨੂੰ, ਸਾਗਰ ਲਹਿਰ ਸੰਸਾ ਸੰਸਾਰ। ਗੁਰ ਬੋਹਿਤ ਪਾਰ ਗ੍ਰਾਮ ਨੂੰ ਰਹਾਓ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਵਚਨਾਂ ਦੇ ਦੁਆਰਾ ਕਰਦੇ ਨੇ। ਮਨ ਧਰ ਤਰਵੇ ਹਰ ਨਾਮ ਨੂੰ। ਮਨ ਦਾ ਭਾਵ ਹੁੰਦਾ ਹੀ ਮੇਰੀ ਮਨਾ। ਧਰ ਦਾ ਭਾਵ ਹੁੰਦਾ ਆਸਰਾ। ਤਰਵੇ ਦਾ ਭਾਵ ਹੁੰਦਾ ਤਰਨ ਵਾਸਤੇ। ਨਾਮ ਨੂੰ ਦਾ ਭਾਵ ਹੁੰਦਾ ਨਾਮ। ਸਾਗਰ ਦਾ ਭਾਵ ਹੁੰਦਾ ਸਮੁੰਦਰ। ਸੰਸਾ ਦਾ ਭਾਵ ਹੁੰਦਾ ਸਾਹਿਮ ਫਿਕਰ। ਬੋਹਿਤ ਦਾ ਭਾਵ ਹੁੰਦਾ ਜਹਾਜ਼। ਪਾਰ ਗ੍ਰਾਮਨੋਂ ਦਾ ਭਾਵ ਹੁੰਦਾ ਪਾਰ ਲੰਘਣ ਦੇ ਲਈ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸ਼ੁਰੂਆਤ ਕਰਨੀ ਨੇ ਤੇ ਇਹਨਾਂ ਬਚਨਾਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਮਨ ਧਰ ਤਰਵੇ ਹਰ ਨਾਮ ਨੂੰ। ਪਾਤਸ਼ਾਹ ਕਹਿੰਦੀ ਹੀ ਮੇਰੀ ਮਨਾ, ਪਰਮਾਤਮਾ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਆਸਰਾ। ਹੀ ਮੇਰੇ ਮਨਾ, ਪਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਆਸਰਾ ਹੈ। ਇਹ ਸੰਸਾਰ ਸਾਹਿਮ ਫਿਕਰਾਂ ਦੀਆਂ ਲਹਿਰਾਂ ਦੇ ਨਾਲ ਭਰਿਆ ਹੋਇਆ ਹੈ। ਸੰਸਾਂ ਦੇ ਨਾਲ, ਫਿਕਰਾਂ ਦੇ ਨਾਲ, ਚਿੰਤਾਵਾਂ ਦੇ ਨਾਲ ਭਰਿਆ ਹੋਇਆ ਹੈ। ਗੁਰੂ ਜਹਾਜ਼ ਹੈ। ਗੁਰੂ ਪਾਤਸ਼ਾਹ ਕਹਿੰਦੇ ਜੇ ਇਸ ਦੇ ਵਿੱਚੋਂ ਪਾਰ ਲੰਘਣ ਦੇ ਸਮਰੱਥ ਹੈ। ਇਹਨਾਂ ਚਿੰਤਾ ਫਿਕਰਾਂ ਦੇ ਭਰੇ ਹੋਏ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਗੁਰੂ ਜਹਾਜ਼ ਦਾ ਆਸਰਾ ਲੈਣਾ ਚਾਹੀਦਾ ਹੈ। ਗੁਰੂ ਜਹਾਜ਼ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ।
ਪਾਤਸ਼ਾਹ ਕਹਿੰਦੇ ਕਲ ਕਾਲਖ ਅੰਧਿਆਰੀ ਆ, ਗੁਰ ਗਿਆਨ ਦੀਪਕ ਉਜਿਆਰੀ ਆ। ਕਲ ਦਾ ਭਾਵ ਹੁੰਦਾ ਹੈ ਝਗੜਾ ਬਖੇੜਾ ਮਾਇਆ ਦੀ ਖਾਤਰ। ਅੰਧਿਆਰੀਆ ਦਾ ਭਾਵ ਹੁੰਦਾ ਹੈ ਹਨੇਰਾ ਪੈਦਾ ਕਰਨ ਵਾਲੀ। ਦੀਪਕ ਦਾ ਭਾਵ ਹੁੰਦਾ ਹੈ ਦੀਵਾ। ਉਜਿਆਰੀਆ ਦਾ ਭਾਵ ਹੁੰਦਾ ਹੈ ਚਾਨਣ ਪੈਦਾ ਕਰਨ ਵਾਲਾ। ਪਾਤਸ਼ਾਹ ਕਹਿੰਦੀ ਕਲ ਕਾਲਖ ਅੰਧਿਆਰੀ ਆ, ਗੁਰ ਗਿਆਨ ਦੀਪਕ ਉਜਿਆਰੀ ਆ। ਪਾਤਸ਼ਾਹ ਕਹਿੰਦੀ ਹੇ ਭਾਈ, ਦੁਨੀਆ ਦੀ ਖਾਤਰ ਝਗੜੇ ਬਖੇੜੇ ਇੱਕ ਐਸੀ ਕਾਲਖ ਹੈ। ਮਾਇਆ ਦੀ ਖਾਤਰ, ਦੁਨੀਆ ਦੀ ਖਾਤਰ ਝਗੜੇ ਬਖੇੜੇ ਇੱਕ ਐਸੀ ਕਾਲਖ ਹੈ ਜੋ ਮਨੁੱਖ ਦੇ ਮਨ ਵਿੱਚ ਮੋਹ ਦਾ ਹਨੇਰਾ ਪੈਦਾ ਕਰਦੀ ਹੈ। ਮਨੁੱਖ ਦੇ ਅੰਦਰ ਮੋਹ ਦਾ ਹਨੇਰਾ ਪੈਦਾ ਕਰਦੀ ਹੈ, ਜਿਹੜੀ ਮਾਇਆ ਦੀ ਖਾਤਰ ਝਗੜੇ ਬਖੇੜੇ ਨੇ। ਤੇ ਜਿਹੜਾ ਗੁਰੂ ਦਾ ਗਿਆਨ ਹੈ, ਗੁਰੂ ਦਾ ਗਿਆਨ ਦੀਵਾ ਹੈ ਜੋ ਮਨੁੱਖ ਦੇ ਮਨ ਦੇ ਵਿੱਚ ਉੱਚੇ ਆਤਮਿਕ ਜੀਵਨ ਦਾ ਚਾਨਣ ਪੈਦਾ ਕਰਦਾ ਹੈ। ਗੁਰੂ ਦਾ ਗਿਆਨ ਐਸਾ ਦੀਵਾ ਹੈ ਕਿ ਉਹ ਮਨੁੱਖ ਦੇ ਮਨ ਦੇ ਵਿੱਚ ਉੱਚੇ ਆਤਮਿਕ ਜੀਵਨ ਵਾਲਾ ਚਾਨਣ ਪੈਦਾ ਕਰਦਾ ਹੈ। ਪਾਤਸ਼ਾਹ ਕਹਿੰਦੀ ਵਿਖ ਵਿਖਿਆ ਪਸਰੀ ਅਤ ਕਣੀ, ਉਬਰੇ ਜਪ ਜਪ ਹਰ ਗੁਣੀ। ਵਿਖ ਦਾ ਭਾਵ ਹੁੰਦਾ ਜ਼ਹਿਰ, ਵਿਖਿਆ ਦਾ ਭਾਵ ਹੁੰਦਾ ਮਾਇਆ, ਪਸਰੀ ਦਾ ਭਾਵ ਹੁੰਦਾ ਖਿਲਰੀ ਹੋਈ, ਘਣੀ ਦਾ ਭਾਵ ਹੁੰਦਾ ਸੰਘਣੀ, ਉਬਰੇ ਦਾ ਭਾਵ ਹੁੰਦਾ ਬਚ ਕੇ, ਹਰ ਗੁਣੀ ਦਾ ਭਾਵ ਹੁੰਦਾ ਹਰੀ ਦੇ ਗੁਣਾਂ ਨੂੰ। ਵਿਖ ਵਿਖਿਆ ਪਸਰੀ ਅਤ ਘਣੀ, ਉਬਰੇ ਜਪ ਜਪ ਹਰ ਗੁਣੀ। ਗੁਰੂ ਪਾਤਸ਼ਾਹ ਇਹਨਾਂ ਵਚਨਾਂ ਦੀ ਦੁਬਾਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਮਾਇਆ ਦੇ ਮੋਹ ਦੀ ਜ਼ਹਿਰ ਇਸ ਜਗ ਦੇ ਵਿੱਚ ਬਹੁਤ ਸੰਘਣੀ ਖਿਲਰੀ ਹੋਈ ਹੈ। ਹੇ ਭਾਈ, ਮਾਇਆ ਦੇ ਮੋਹ ਦੀ ਜ਼ਹਿਰ ਜਗ ਦੇ ਵਿੱਚ ਬਹੁਤ ਸੰਘਣੀ ਖਿਲਰੀ ਹੋਈ ਹੈ। ਪਰਮਾਤਮਾ ਦੀ ਗੁਣਾਂ ਨੂੰ ਯਾਦ ਕਰ ਕਰਕੇ ਹੀ ਮਨੁੱਖ ਇਸ ਜ਼ਹਿਰ ਦੀ ਮਾਰ ਤੋਂ ਬਚ ਸਕਦੇ ਨੇ। ਭਾਵ ਜੇ ਇਸ ਮਾਇਆ ਜ਼ਹਿਰ ਤੋਂ ਬਚਣਾ ਹੈ ਤੇ ਪਰਮਾਤਮਾ ਦਾ ਨਾਮ ਜਪ ਜਪ ਕੇ, ਪਰਮਾਤਮਾ ਦੀ ਬੰਦਗੀ ਕਰਕੇ ਇਸ ਜ਼ਹਿਰ ਦੀ ਮਾਰ ਤੋਂ ਬਚ ਸਕਦੇ ਨੇ ਉਹ ਮਨੁੱਖ। ਮਤ ਵਾਰੂ ਮਾਇਆ ਸੋਇਆ, ਗੁਰ ਭੇਟਤ ਭ੍ਰਮ ਭਉ ਖੋਇਆ। ਮਤ ਵਾਰੂ ਦਾ ਭਾਵ ਹੁੰਦਾ ਹੈ ਮਸਤ, ਮਤ ਵਾਲਾ। ਭੇਟ ਦਾ ਭਾਵ ਹੁੰਦਾ ਹੈ ਮਿਲਦੇ ਆ। ਭ੍ਰਮ ਦਾ ਭਾਵ ਹੁੰਦਾ ਭਟਕਣਾ। ਖੋਇਆ ਦਾ ਭਾਵ ਹੁੰਦਾ ਦੂਰ ਕਰ ਲਿਆ। ਮਤ ਵਾਰੂ ਮਾਇਆ ਸੋਇਆ, ਗੁਰ ਭੇਟਤ ਭ੍ਰਮ ਭਉ ਖੋਇਆ। ਪਾਤਸ਼ਾਹ ਕਹਿੰਦੀ ਹੀ ਭਾਈ, ਮਾਇਆ ਦੇ ਵਿੱਚ ਮਸਤ ਹੋਇਆ ਮਨੁੱਖ ਮੋਹ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਹੈ। ਮਤ ਵਾਰੂ ਮਾਇਆ ਸੋਇਆ। ਹੇ ਭਾਈ, ਮਾਇਆ ਦੇ ਵਿੱਚ ਮਸਤ ਹੋਇਆ ਮਨੁੱਖ
ਮੋਹ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਹੈ। ਪਰ ਗੁਰੂ ਨੂੰ ਮਿਲਿਆ ਹੋਇਆ ਮਨੁੱਖ ਮਾਇਆ ਦੀ ਖਾਤਰ ਭਟਕਣਾ ਤੇ ਦੁਨੀਆ ਦੇ ਸਹਿਮ ਡਰ ਦੂਰ ਕਰ ਲੈਂਦਾ ਹੈ। ਜਿਹੜਾ ਗੁਰੂ ਨੂੰ ਸਮਰਪਿਤ ਕਰਦਾ ਹੈ ਆਪਣੇ ਆਪ ਨੂੰ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਕਰਦਾ ਹੈ, ਜਿਹੜਾ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਆਉਂਦਾ ਹੈ, ਇੱਕ ਤਾਂ ਉਹ ਮਨੁੱਖ ਹੈ, ਇੱਕ ਉਹ ਮਨੁੱਖ ਹੈ ਜਿਹੜਾ ਮਾਇਆ ਦੀ ਨੀਂਦ ਦੇ ਵਿੱਚ ਮਸਤ ਰਹਿੰਦਾ ਹੈ, ਤੇ ਇੱਕ ਉਹ ਮਨੁੱਖ ਹੈ, ਉਹ ਮਨੁੱਖ ਜਿਹੜਾ ਗੁਰੂ ਨੂੰ ਮਿਲਿਆ ਹੋਇਆ ਹੈ, ਗੁਰੂ ਦੇ ਗਿਆਨ ਨੂੰ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ ਹੋਇਆ ਹੈ। ਇੱਕ ਉਹ ਮਨੁੱਖ ਹੈ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਮਨੁੱਖ ਹੈ। ਉਹ ਦੁਨੀਆ ਦੇ ਸਾਰੇ ਡਰ ਸਹਿਮ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੂਰ ਕਰ ਲੈਂਦਾ ਹੈ। ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ। ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ੇ ਕਰਦੇ ਨੇ। ਭਾਸ਼ਾ ਕਹਿੰਦੀ ਕਹੋ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ। ਘਟ ਘਟ ਦਾ ਭਾਵ ਹੁੰਦਾ ਹੈ ਹਰੇਕ ਘਟ ਦੇ ਵਿੱਚ। ਭਾਸ਼ਾ ਕਹਿੰਦੀ ਹੀ ਨਾਨਕ ਆਖ ਜਿਸ ਮਨੁੱਖ ਨੇ ਇੱਕ ਪਰਮਾਤਮਾ ਦਾ ਧਿਆਨ ਧਰਿਆ, ਜਿਸ ਮਨੁੱਖ ਨੇ ਇੱਕ ਪਰਮਾਤਮਾ ਤੇ ਭਰੋਸਾ ਕਰ ਲਿਆ, ਇੱਕ ਪਰਮਾਤਮਾ ਨੂੰ ਹੀ ਜਿਹੜਾ ਮਨੁੱਖ ਮੰਨਦਾ ਹੈ, ਉਸ ਨੂੰ ਪਰਮਾਤਮਾ ਫਿਰ ਹਰੇਕ ਸਰੀਰ ਦੇ ਵਿੱਚ ਬਸਦਾ ਦਿਸ ਰਿਹਾ ਹੈ। ਉਹ ਮਨੁੱਖ ਹਰੇਕ ਮਨੁੱਖ ਨੂੰ ਪਿਆਰ ਕਰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜਾ ਪਰਮਾਤਮਾ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ, ਉਹੀ ਪਰਮਾਤਮਾ ਸਾਹਮਣੇ ਵਾਲਿਆਂ ਦੇ ਹਿਰਦੇ ਦੇ ਵਿੱਚ ਵਸ ਰਿਹਾ ਹੈ। ਉਹ ਮਨੁੱਖ ਹਰੇਕ ਨਾਲ ਪ੍ਰੇਮ ਭਾਵ ਦੇ ਨਾਲ ਜਿਉਣਾ ਸਿੱਖਦਾ ਹੈ, ਰਹਿਣਾ ਸਿੱਖਦਾ ਹਰੇਕ ਦੇ ਨਾਲ। ਤੇ ਭਾਸ਼ਾ ਕਹਿੰਦੀ ਗੌੜੀ ਮਹੱਲਾ ਪੰਜਵਾ ਦੀਵਾਨ ਹਿਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰਹ ਟੇਕ ਰਹਾਓ। ਇਹਨਾਂ ਵਚਨਾਂ ਦੇ ਨਾਲ ਸ਼ਬਦ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਕਰਦੇ ਨੇ ਕਿ ਦੀਵਾਨ ਹਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰਹ ਟੇਕ ਰਹਾਓ। ਦੀਵਾਨ ਦਾ ਭਾਵ ਹੁੰਦਾ ਹੈ ਹਾਕਮ, ਥਾਰੀ ਦਾ ਭਾਵ ਹੁੰਦਾ ਤੇਰੀ, ਗੁਰਹ ਦਾ ਭਾਵ ਹੁੰਦਾ ਗੁਰੂ ਨੇ, ਟੇਕ ਦਾ ਭਾਵ ਹੁੰਦਾ ਓਟ ਆਸਰਾ। ਪਾਸਾ ਕਹਿੰਦੀ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਿਰਫ ਤੂੰ ਹੀ ਮੇਰਾ ਆਸਰਾ ਹੈ, ਸਿਰਫ ਤੂੰ ਹੀ ਮੇਰਾ ਆਸਰਾ ਹੈ। ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ ਭਗਤੀ ਕਰਦਾ ਹਾਂ। ਮੈਂ ਗੁਰੂ ਦਾ ਆਸਰਾ ਲਿਆ ਹੋਇਆ ਹੈ, ਗੁਰੂ ਦੀ ਓਟ ਲਈ ਹੋਈ ਹੈ, ਤੇ ਮੈਂ ਤੇਰੀ ਹੀ ਸੇਵਾ ਕਰ ਰਿਹਾ ਹਾਂ। ਅਨਿਕ ਜੋਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੋਰ ਅਨੇਕਾਂ ਢੰਗਾਂ ਦੇ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ, ਤੇ ਹੁਣ ਗੁਰੂ ਨੇ ਮਿਹਰ ਕਰਕੇ ਮੈਨੂੰ ਤੇਰਾ ਚਾਕਰ ਬਣਾ ਦਿੱਤਾ, ਤੇਰਾ ਦਾਸ ਬਣਾ ਕੇ ਤੇਰੀ ਚਰਨੀ ਲਾ ਦਿੱਤਾ ਗੁਰੂ ਨੇ ਕਿਰਪਾ ਕਰਕੇ।
मारे पंच विखादिया गुर किरपा ते दल साधिया। सतगुरु कहते हे अकाल पुरख वाहिगुरु परमेश्वर, हुण मैं जिहड़े मेरे पंजे दुश्मन ने बैरी ने उन्हां नूं भी मैं कंट्रोल दे विच कर लिया, काबू दे विच कर लिया। वो भी मैं मार मुकाए ने ते गुरु दी मेहर दे नाल मैं इन्हां पंजां दी फौज काबू कर लई, पंजां नूं अपने मैं बस दे विच कर लिया। बख्शीस वजो मिल एक नाम, सुख सहज आनंद विश्राम। गुरु पातशाह इन्हां वचनां दे नाल बख्शिश करदे ने। पातशाह कहंदे ही अकाल पुरख वाहिगुरु परमेश्वर, जिस मनुख नूं तेरा नाम बख्शीश के तौर पर मिल जाता है, हे परमेश्वर जिस मनुख नूं तेरा नाम बख्शीश के तौर पर मिल जाता है, उस मनुख के अंदर आत्मक अडोलता दे सुख आनंद वस पैंदे ने। सारियां सुखां दी प्राप्ति उस मनुख नूं हो जाती है जिन्हों तेरा नाम मिल जाता है। पातशाह कहंदे प्रभ के चाकर से भले, नानक तन मुख उजले। इस शब्द दियां लास्ट पंक्तियां दे विच सतगुरु अर्जन देव महाराज साहिब बख्शे करते हैं। पातशाह कहते ही नानक आख जिहड़े मनुख परमात्मा के सेवक बनते ने, परमात्मा की बंदगी दे नाल जुड़ते हैं, जिहड़े मनुख आ वो बड़े भागां वाले हो जाते ने ते परमात्मा दे दरबार दे विच दरगाह दे विच उन्हां मनुखां दे मूँह रोशन हो जाते ने, उजले हो जाते ने। जिन्नी नाम ध्याया गए मसकत घाल, नानक ते मुख उजले केती सुटी नाल। उन्हां दे सोहणे चेहरे बन जाते ने। दरगाह दे विच पहुंचण दे वास्ते उन्हां दे मुख रोशन हो जाते हैं जो दरगाह दे विच जांदे ने। गौड़ी महला पंजवा। जिया रे ओला नाम का, अबर जे करन करावनो, तिन मैं भाओ है जाम का रहाओ। जिया रे दा भाव हुंदा हे जीव हे जिंदे। ओला दा भाव हुंदा है आसरा। अबर दा भाव हुंदा है होर। करन करावण दा भाव हुंदा है दौड़ भज कम काज। पातशाह कहंदे जीअरे ओला नाम का, अबर जे करन करावनो, तिन मैं भाव है जाम का रहाओ। पातशाह कहंदे हे मेरी जिंदे, हे मेरे शरीरा, परमात्मा दे नाम दा ही आसरा लोक परलोक विच सहायता करदा है। जिहड़े मनुख परमात्मा दी बंदगी करदे ने, परमात्मा दे नाम जपदे ने, परमात्मा दी बंदगी दे नाल जुड़दे ने जिहड़े मनुख आ, ते परमात्मा दे नाम दा ही आसरा लोक परलोक दे विच सहायता करदा है। जिहड़े नाम जपदे ने वो लोक ते भी सुख बखदे ने, इस दुनिया ते भी सारे सुखां दी प्राप्ति हुंदी है, ते परलोक दे विच भी परमात्मा दा नाम उन्हां दा सहायक बनदा है। नाम तो बिना माया दी खातर
ਹੋਰ ਜਿਤਨਾ ਵੀ ਉਦਮ ਯਤਨ ਹੈ ਉਹਨਾਂ ਸਾਰੇ ਕੰਮਾਂ ਦੇ ਵਿੱਚ ਆਤਮਿਕ ਮੌਤ ਦਾ ਖਤਰਾ ਬਣਦਾ ਜਾਂਦਾ ਹੈ। ਅਬਰ ਜੀ ਕਰਨ ਕਰਬ ਨੂੰ ਤਿੰਨ ਮਹਿ ਭਉ ਹੈ ਜਾਮ ਕਾ। ਭਉ ਦਾ ਭਾਵ ਹੁੰਦਾ ਹੈ ਜਮਾਂ ਦਾ ਡਰ, ਆਤਮਿਕ ਮੌਤ ਦਾ ਖਤਰਾ। ਜਿਹੜੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਮਨੁੱਖ ਕਾਰਜ ਕਰਦਾ ਹੈ, ਹੋਰ ਜਿਤਨੇ ਵੀ ਉਦਮ ਕਰਦਾ ਹੈ, ਯਤਨ ਕਰਦਾ ਹੈ, ਉਹਨਾਂ ਸਾਰੇ ਕੰਮਾਂ ਦੇ ਵਿੱਚ ਆਤਮਿਕ ਮੌਤ ਦਾ ਖਤਰਾ ਬਣਦਾ ਰਹਿੰਦਾ ਹੈ। ਪਾਸਾ ਕਹਿੰਦੇ ਅਬਰ ਯਤਨ ਨਹੀਂ ਪਾਈ ਹੈ, ਵੱਡਾ ਭਾਗ ਹਰ ਧਿਆਈ ਹੈ। ਯਤਨ ਦਾ ਭਾਵ ਹੁੰਦਾ ਹੈ ਉਦਮ ਦੇ ਨਾਲ, ਯਤਨ ਦੇ ਨਾਲ। ਭਾਗ ਦਾ ਭਾਵ ਹੁੰਦਾ ਕਿਸਮਤ ਵਾਲਾ। ਧਿਆਈਆ ਦਾ ਭਾਵ ਹੁੰਦਾ ਸਿਮਰਿਆ ਜਾ ਸਕਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਬਰ ਯਤਨ ਨਹੀਂ ਪਾਈ ਹੈ, ਪਰ ਵੱਡੀ ਕਿਸਮਤ ਦੇ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਵੱਡਿਆਂ ਭਾਗਾਂ ਦੇ ਨਾਲ ਹੀ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਵੱਡਿਆਂ ਭਾਗਾਂ ਦੇ ਨਾਲ ਹੀ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਜਸ ਨੂੰ ਸੁਣਿਆ ਜਾ ਸਕਦਾ ਹੈ। ਪਰ ਵੱਡੀ ਕਿਸਮਤ ਦੇ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਤੇ ਸਿਮਰਨ ਤੋਂ ਬਿਨਾਂ ਕਿਸੇ ਵੀ ਹੋਰ ਯਤਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਗੁਰੂ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਮਿਲਦਾ ਹੈ ਤੇ ਉਹ ਪਰਮਾਤਮਾ ਦੀ ਬੰਦਗੀ ਦੇ ਨਾ ਕਰਨ ਦੇ ਦੁਆਰਾ ਹੀ ਮਿਲਦਾ ਹੈ। ਸਤਿਗੁਰੂ ਕਹਿੰਦੇ ਲੱਖ ਹਿਕਮਤੀ ਜਾਨੀ ਹੈ, ਆਗਾ ਤਲ ਨਹੀਂ ਮਾਨੀ ਹੈ। ਹਿਕਮਤੀ ਦਾ ਭਾਵ ਹੁੰਦਾ ਹੈ ਹਿਕਮਤਾਂ ਦੇ ਕਾਰਨ। ਜਾਨੀਆਂ ਦਾ ਭਾਵ ਹੁੰਦਾ ਹੈ ਜਗਤ ਵਿੱਚ ਪ੍ਰਸਿੱਧ ਹੋ ਜਾਈਦਾ ਹੈ। ਆਗਾ ਦਾ ਭਾਵ ਹੁੰਦਾ ਹੈ ਪਰਲੋਕ ਦੇ ਵਿੱਚ। ਮਾਨੀਆਂ ਦਾ ਭਾਵ ਹੁੰਦਾ ਹੈ ਆਦਰ ਮਿਲਦਾ ਹੈ। ਲੱਖ ਹਿਕਮਤੀ ਜਾਨੀ ਹੈ, ਆਗਾ ਤਲ ਨਹੀਂ ਮਾਨੀ ਹੈ। ਪਾਤਸ਼ਾਹ ਕਹਿੰਦੇ ਜੇ ਜਗ ਦੇ ਵਿੱਚ ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ, ਆਪਣੀ ਵਾਹ ਕਰਵਾ ਲਈਏ ਲੋਕਾਂ ਤੋਂ, ਚਤੁਰਾਈਆਂ ਕਰ ਕਰਕੇ ਲੋਕਾਂ ਨੂੰ ਬੁੱਧੂ ਬਣਾ ਕੇ ਆਪਣਾ ਜਸ ਖੱਟ ਲਈਏ, ਆਪਣੀ ਸ਼ੋਭਾ ਵਧਾ ਲਈਏ ਚਤੁਰਾਈਆਂ ਕਰ ਕਰਕੇ, ਪਰਲੋਕ ਦੇ ਵਿੱਚ ਇਹਨਾਂ ਹਿਕਮਤ ਦੇ ਕਾਰਨ ਰਤਾ ਭਰ ਵੀ ਜਿਤਨਾ ਵੀ ਆਦਰ ਨਹੀਂ ਮਿਲਦਾ। ਪਰਮਾਤਮਾ ਦੀ ਦਰਗਾਹ ਦੇ ਵਿੱਚ ਆ ਲੋਕਾਂ ਨੂੰ ਬੁੱਧੂ ਬਣਾ ਕੇ, ਮੂਰਖ ਬਣਾ ਕੇ, ਚਲਾਕੀਆਂ ਕਰ ਕਰਕੇ ਇੱਜ਼ਤ ਜਿੰਨੀ ਮਰਜ਼ੀ ਬਣਾ ਲਈਏ, ਪਰ ਜਿਹੜੀ ਇੱਜ਼ਤ ਦੁਨੀਆਦਾਰੀ ਤੇ ਚਤੁਰਾਈਆਂ ਕਰਕੇ ਕਮਾਈ, ਉਹ ਇੱਜ਼ਤ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਹੀਂ ਕਮਾਉਂਦੀ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਇੱਜ਼ਤ ਕਾਮਯਾਬ ਹੁੰਦੀ ਹੈ, ਉਹ ਇੱਜ਼ਤ ਮਿਲਦੀ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦੇ ਨੇ, ਸੇਵਾ ਸਿਮਰਨ ਦੇ ਵਿੱਚ ਜਿਹੜੇ ਮਨੁੱਖ ਜੁੜਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਇੱਜ਼ਤ ਮਿਲਦੀ ਹੈ। ਦੁਨੀਆਦਾਰੀ ਜਿੰਨੀ ਮਰਜ਼ੀ ਇੱਜ਼ਤ ਕਮਾ ਲਓ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪਰ ਇਹ ਇੱਜ਼ਤ ਦਰਗਾਹ ਦੇ ਵਿੱਚ ਕੰਮ ਨਹੀਂ ਆਉਂਦੀ। ਅੱਗੇ ਸਤਿਗੁਰੂ ਪੀਰ ਬਖਸ਼ੇ ਕਰਦੇ ਨੇ, ਅਹੰਬੁਧ ਕਰਮ ਕਮਾਵਣੇ, ਗ੍ਰਹਿ ਬਾਲੂ ਨੀਰ ਬਹਾਵਣੇ। ਅਹੰਬੁਧ ਦਾ ਭਾਵ ਹੁੰਦਾ ਹੰਕਾਰ ਪੈਦਾ ਕਰਨ ਵਾਲੀ ਅਕਲ। ਬਾਲੂ ਦਾ ਭਾਵ ਹੁੰਦਾ ਰੇਤ। ਨੀਰ ਦਾ ਭਾਵ ਹੁੰਦਾ ਪਾਣੀ ਨੇ। ਬਹਾਵਣੇ ਦਾ ਭਾਵ ਹੁੰਦਾ ਰੋੜ ਦਿੱਤੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਮੇਰੀ ਜਿੰਦੇ, ਹੇ ਮੇਰੇ ਸਰੀਰਾ, ਜੇ ਆਪਣੇ ਵੱਲੋਂ ਧਾਰਮ ਕੰਮ ਵੀ ਕੀਤੇ ਜਾਣ
ਪਰ ਉਹ ਹੰਕਾਰ ਵਾਲੀ ਅਕਲ ਵਧਾਉਣ ਵਾਲੀ ਹੋਣ, ਉਹ ਅਜਿਹੇ ਕਰਮ ਰੀਤ ਦੇ ਘਰਾਂ ਦੇ ਵਾਂਗ ਹੁੰਦੇ ਨੇ ਜਿਨ੍ਹਾਂ ਨੂੰ ਹੜ੍ਹ ਦੇ ਪਾਣੀ ਨੇ ਰੋੜ ਦਿੱਤਾ ਹੈ। ਜੇ ਮਨੁੱਖ ਧਾਰਮਿਕ ਕੰਮ ਵੀ ਕਰਦਾ ਹੈ, ਚੰਗੇ ਕਰਮ ਕਰਦਾ ਹੈ, ਧਾਰਮਿਕ ਕੰਮ ਕਰਦਾ ਹੈ, ਜੇ ਉਹਨਾਂ ਕੰਮਾਂ ਕਰਨ ਦੇ ਨਾਲ ਮਨੁੱਖ ਦੇ ਅੰਦਰ ਹੰਕਾਰ ਪੈਦਾ ਹੋ ਗਿਆ, ਮੈਂ ਮੇਰੀ ਪੈਦਾ ਹੋ ਗਈ, ਤੇ ਸਤਿਗੁਰੂ ਕਹਿੰਦੇ ਫਿਰ ਉਹ ਸਾਰੇ ਕੀਤੇ ਹੋਏ ਕਾਰਜ ਰੇਤੇ ਦੇ ਘਰ ਵਰਗੇ ਹੁੰਦੇ ਨੇ। ਰੇਤੇ ਦੀਆਂ ਕੰਧਾਂ ਦੀ ਬੁਨਿਆਦ ਗੁਰਮੁਖੋਂ ਘੱਟ ਹੋਇਆ ਕਰਦੀ ਹੈ। ਜਿਹੜੀਆਂ ਰੇਤੇ ਦੀਆਂ ਕੰਧਾਂ ਹੁੰਦੀਆਂ ਨੇ ਉਹਨਾਂ ਦੀ ਬੁਨਿਆਦ ਬਹੁਤ ਘੱਟ ਹੋਇਆ ਕਰਦੀ ਹੈ, ਤੇ ਉਹਨਾਂ ਨੂੰ ਹੜ੍ਹ ਦੇ ਪਾਣੀ ਰੋੜ ਕੇ ਲੈ ਜਾਂਦੇ ਨੇ। ਜਿਹੜੇ ਮਨੁੱਖ ਧਾਰਮਿਕ ਕੰਮ ਵੀ ਕਰਦੇ ਨੇ ਤੇ ਆਪਣੇ ਅੰਦਰ ਇਹਨਾਂ ਧਾਰਮਿਕ ਕੰਮ ਕਰਨ ਦੇ ਹੰਕਾਰ ਪੈਦਾ ਵੀ ਕਰਦੇ ਨੇ, ਤੇ ਉਹ ਰੇਤ ਦੇ ਕੰਧਾਂ ਦੇ ਵਾਂਗ ਉਸ ਮਨੁੱਖ ਦੇ ਕਾਰਜ ਨੇ। ਪਾਤਸ਼ਾਹ ਕਹਿੰਦੇ ਗ੍ਰਹਿ ਬਾਲੂ ਨੀਰ ਬਹਾਵਣੇ, ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ। ਸਾਧੂ ਸੰਗ ਦਾ ਭਾਵ ਹੁੰਦਾ ਹੈ ਗੁਰੂ ਦੀ ਸੰਗਤ ਦੇ ਵਿੱਚ। ਸਾਧੂ ਸੰਗ ਦਾ ਭਾਵ ਹੈ ਗੁਰੂ ਦੀ ਸੰਗਤ ਵਿੱਚ। ਸਤਿਗੁਰੂ ਕਹਿੰਦੇ हे ਨਾਨਕ, ਆਖ ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਦੇ ਉੱਤੇ ਕਿਰਪਾ ਕਰਦਾ ਹੈ ਨਾ, ਉਸ ਮਨੁੱਖ ਨੂੰ ਗੁਰੂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਨਾਮ ਮਿਲਦਾ ਹੈ। ਗੁਰੂ ਦੀ ਸੰਗਤ ਦੇ ਵਿੱਚੋਂ ਪਰਮਾਤਮਾ ਦਾ ਨਾਮ ਮਿਲਦਾ। ਜੀ ਤੇ ਦਇਆ ਦਾ ਸੋਮਾ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ, ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ। ਇਹ ਸਨ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ, ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ। ਕੱਲ ਤੋਂ ਫੇਰ ਅਗਲੇ ਬਚਨਾਂ ਦੇ ਨਾਲ ਸਾਂਝ ਪਾਵਾਂਗੇ।